आप लेहो तुम कथा सुधारी। सतनाम श्री वाहिगुरु साहिब जी। सवैया बूंद और रेत गुमान कर मन, शोभना सिंध रवि समहावै। पंख धूम उड़ै नभ को, पिख ताहे अगाध हृदय सुख चावै। गूलर जंत उडंत कहो, किम पेख ब्रह्मांड प्रचंड लजावै। तू करता हम जंत के तुम को, तो पह बोलन क्यों बन आवै। वाहिगुरु जी का खालसा वाहिगुरु जी की फतेह। परम सन्मान जो गुरु की साजी नवाजी होई। गुरु रूप गुरु खालसा साध संगत ਜੀਓ। ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਸੋਦਰ ਹੈ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜਰਨੈਲ ਸਿੰਘ ਜੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਜੁਝਾਰ ਸਿੰਘ ਜੀ ਦੇ ਜਥੇ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਕੁਝ ਸਮੇਂ ਲਈ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਸ੍ਰੀ ਅਕਾਲ ਤਖਤ ਸਾਹਿਬ 'ਤੇ ਦੀਵਾਨ ਸਜਿਆ ਹੋਇਆ ਹੈ। ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਤਖਤ ਸਾਹਿਬ 'ਤੇ ਸੁਭਾਏਮਾਨ ਹਨ। ਕਾਸ਼ੀ ਤੋਂ 700 ਪੰਡਤਾਂ ਸਮੇਤ ਬ੍ਰਹਮ ਗਿਆਨੀ ਗੁਰੂ ਘਰ ਦੇ ਮਹਾਂ ਵਿਦਵਾਨ, ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਹਾਜ਼ਰ ਹੋਏ ਹਨ। ਗੁਰੂ ਹੁਕਮ ਦੇ ਅਨੁਸਾਰ ਆਪਣੀਆਂ ਮੁਸ਼ਕਾਂ ਆਪ ਹੀ ਕੱਸੀਆਂ ਹੋਈਆਂ ਹਨ। ਇੱਕ ਅਪਰਾਧੀ ਦੀ ਤਰ੍ਹਾਂ ਨਿਮਾਣੇ ਸੇਵਕ ਬਣ ਕੇ ਖੜੇ ਹਨ ਤੇ ਸਤਿਗੁਰੂ ਜੀ ਮਹਾਰਾਜ ਨੇ ਪੁੱਛਿਆ, ਸੁਣਾਓ ਭਾਈ ਜੀ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਬੜੇ ਸਿਦਕੀ ਸਿੱਖ ਹੋ ਗੁਰੂ ਘਰ ਦੇ, ਇੰਨੀ ਛੇਤੀ ਮਨ ਡੋਲ ਗਿਆ, ਘਬਰਾ ਗਏ। ਤੁਹਾਡੇ ਤੋਂ ਵੱਡਾ ਸਿੱਖ ਤੁਸੀਂ ਸਿੱਖ ਸਿਦਕੀ ਬਣ ਜੋਵਾ, ਪਰਿਓ ਕਾਜ ਗੁਰ ਕੋ ਅਸ ਹੋਵਾ। ਗੁਰੂ ਘਰ ਦਾ ਕੰਮ ਪਿਆ ਤੇ ਬਸ ਇਸ ਤਰ੍ਹਾਂ ਛੱਡ ਕੇ ਮਾਇਆ ਖੁੱਲੀ ਛੱਡ ਕੇ ਚਲੇ ਗਏ। ਜਦੋਂ ਸਤਿਗੁਰਾਂ ਨੇ ਬਚਨ ਕਹੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਰਖ ਕਰਨ ਵਾਸਤੇ ਕਹੇ, ਅੰਦਰੋਂ ਤਾਂ ਮਹਾਰਾਜ ਜਾਣੀ ਜਾਣਨ, ਉੱਤੋਂ ਗੁੱਸਾ ਜਤਾ ਰਹੇ ਨੇ, ਵਿੱਚੋਂ ਪਿਆਰ ਡੁੱਲ ਡੁੱਲ ਪੈ ਰਿਹਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੋਂ ਕੀ ਕਹਿੰਦੇ ਹੈ ਇਸ ਕਵਿਤ ਦੇ ਵਿੱਚ, ਸਵਈਏ ਦੇ ਵਿੱਚ, ਆਓ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਬੂੰਦ ਔਰ ਰੇਤ ਗੁਮਾਨ ਕਰੈ ਮਨ। ਕਹਿੰਦੇ ਜੇ ਇੱਕ ਪਾਣੀ ਦੀ ਬੂੰਦ ਹੰਕਾਰ ਕਰੇ ਸਮੁੰਦਰ ਦੀ ਬਰਾਬਰੀ ਕਰਾਂਗੀ, ਤਾਂ ਉਹ ਬੂੰਦ ਸਮੁੰਦਰ ਦੀ ਬਰਾਬਰੀ ਨਹੀਂ ਕਰ ਸਕਦੀ। ਇੱਕ ਰੇਤ ਦਾ ਜਰਰਾ, ਰੇਤ ਦਾ ਇੱਕ ਕਿਣਕਾ ਇਹ ਹੰਕਾਰ ਕਰੇ ਵੀ ਮੈਂ ਸੂਰਜ ਦੀ ਬਰਾਬਰੀ ਕਰਾਂਗਾ, ਮਹਾਰਾਜ ਉਹ ਰੇਤ ਦਾ ਜਰਰਾ ਸੂਰਜ ਦੀ ਬਰਾਬਰੀ ਨਹੀਂ ਕਰ ਸਕਦਾ। ਹਾਂਜੀ। ਸ਼ੋਭਨਾ ਸਿੰਧ ਰਵੀ ਸਮਹਾਵੈ। ਬੂੰਦ ਸਮੁੰਦਰ ਦੇ ਸਾਹਮਣੇ ਹੰਕਾਰ ਕਰਦੀ, ਸ਼ੋਭਾ ਨਹੀਂ ਪਾਉਂਦੀ, ਤੇ ਰੇਤ ਦਾ ਜਰਰਾ ਸੂਰਜ ਦੇ ਸਾਹਮਣੇ ਹੰਕਾਰ ਕਰਦਾ ਨਹੀਂ ਸ਼ੋਭਦਾ। ਪੰਖ ਧੂਮ ਉਡੈ ਨਭ ਕੋ। ਇਹ ਸੱਚੇ ਪਾਤਸ਼ਾਹ, ਕੋਈ ਪੰਛੀ ਆਕਾਸ਼ ਨੂੰ ਉੱਡ ਕੇ ਆਕਾਸ਼ ਨੂੰ ਮਿਲਣਾ ਚਾਹਵੇ, ਆਕਾਸ਼ ਦਾ ਅੰਤ ਪਾਉਣਾ ਚਾਹਵੇ, ਤਾਂ ਉਹ ਪੰਛੀ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਧੂਆਂ ਆਕਾਸ਼ ਨੂੰ ਉੱਡ ਕੇ ਚੜ੍ਹਦਾ ਤਾਂ ਹੈ, ਪਰ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਪਿਖ ਤਾਹੇ ਅਗਾਧ ਹਿਰਦੈ ਸੁਖ ਚਾਵੈ। ਆਕਾਸ਼ ਤਾਂ ਬਹੁਤ ਹੀ ਵੱਡਾ ਹੈ, ਬਹੁਤ ਹੀ ਵੱਡਾ ਹੈ, ਬਹੁਤ ਹੀ ਵੱਡਾ ਹੈ, ਉਹਦਾ ਕੋਈ ਅੰਤ ਨਹੀਂ। ਬੇਅੰਤ ਵੱਡਾ ਆਕਾਸ਼
ਉਹਦੇ ਸਾਹਮਣੇ ਪੰਛੀ ਦੀ ਉਡਾਰੀ। ਪੰਛੀ ਕਿਆ ਆਕਾਸ਼, ਮਹਾਰਾਜ ਨੇ ਮਾਝ ਦੀ ਵਾਰ ਵਿੱਚ ਲਿਖਿਆ ਨਾ, ਪੰਛੀ ਕਿਆ ਆਕਾਸ਼। ਪੰਛੀ ਆਕਾਸ਼ ਦਾ ਕਿਆ ਮਿਣਤੀ ਕਰੇਗਾ, ਕਿਆ ਅੰਤ ਪਾਵੇਗਾ। ਜ਼ੋਰ ਲਾ ਲਵੇ, ਜਿੰਨਾ ਮਰਜ਼ੀ ਉੱਡ ਲੈ, ਅਖੀਰ ਹਾਰ ਕੇ ਮੁੜਨਾ ਪੈਂਦਾ। ਆਕਾਸ਼ ਦੇ ਸਾਹਮਣੇ ਪੰਛੀ ਦੀ ਕੋਈ ਵੈਲਿਊ ਨਹੀਂ, ਕੋਈ ਉਹਦੀ ਤਾਕਤ ਨਹੀਂ ਹੈ। ਹਾਂਜੀ। ਗੁਲਰ ਜੰਤ ਉਡੰਤ ਕਹੋ। ਇੱਕ ਗੁੱਲਰ ਦੇ ਵਿੱਚ ਭੁਣਹਣਾ ਹੁੰਦਾ ਮੱਛਰ। ਗੁੱਲਰ ਇੱਕ ਛੋਟਾ ਜਿਹਾ ਫਲ ਹੁੰਦਾ, ਤੇ ਗੁੱਲਰ ਦੇ ਵਿੱਚ ਇੱਕ ਨਿੱਕਾ ਜਿਹਾ ਕੀੜਾ ਉੱਡਦਾ ਹੈ, ਛੋਟਾ ਜਿਹਾ, ਉਹਨੂੰ ਗੁੱਲਰ ਜੰਤ ਕਹਿੰਦੇ ਹਨ। ਉਹ ਜਿਹੜਾ ਉਡਾਰੀਆਂ ਮਾਰਦਾ ਹੈ। ਕਿਮ ਪੇਖ ਬ੍ਰਹਮੰਡ ਪ੍ਰਚੰਡ ਲਜਾਵੈ। ਉਹ ਵਿਚਾਰਾ ਜਿਹੜਾ ਗੁੱਲਰ ਨੂੰ ਹੀ ਬ੍ਰਹਮੰਡ ਕਹਿੰਦਾ ਹੈ, ਉਸ ਬ੍ਰਹਮੰਡ ਦੇ ਸਾਹਮਣੇ ਉਹਦੀ ਕੀ ਵੈਲਿਊ ਹੈ। ਤੂੰ ਕਰਤਾ ਹਮ ਜੰਤ ਕਏ ਤੁਮ। ਇਹ ਸੱਚੇ ਪਾਤਸ਼ਾਹ ਜੀ ਤੁਸੀਂ ਕਰਤੇ ਹੋ, ਤੁਸੀਂ ਸੰਸਾਰ ਨੂੰ ਬਣਾਉਣ ਵਾਲੇ ਹੋ, ਸ੍ਰਿਸ਼ਟੀ ਦੇ ਮਾਲਕ ਹੋ। ਤੂੰ ਕਰਤਾ ਹਮ ਕੀਏ ਤਿਹਾਰੇ ਜੀ। ਤੁਸੀਂ ਕਰਤੇ ਹੋ, ਅਸੀਂ ਤੁਹਾਡੇ ਕੀਤੇ ਹੋਏ ਹਾਂ, ਤੁਹਾਡੇ ਬਣਾਏ ਹੋਏ ਹਾਂ। ਤੁਸੀਂ ਮਾਤਾ ਪਿਤਾ, ਅਸੀਂ ਤੁਹਾਡੇ ਬੱਚੇ ਹਾਂ। ਹਾਂਜੀ। ਤੋ ਪਹਿ ਬੋਲਨ ਕਿਉ ਬਨ ਆਵੈ। ਮਹਾਰਾਜ ਤੁਹਾਡੇ ਸਾਹਮਣੇ ਕੀ ਬੋਲ ਸਕਦੇ ਹਾਂ, ਕੀ ਗੱਲ ਕਰ ਸਕਦੇ ਹਾਂ, ਸਾਡੀ ਕੀ ਸਮਰੱਥਾ ਹੈ। ਭਿਖਾਰੇ ਅਨਾਥ ਨਹੀਂ ਹਮਰੇ ਸਮ। ਮਹਾਰਾਜ ਮੇਰੇ ਵਰਗਾ ਭਿਖਾਰੀ ਕੋਈ ਨਹੀਂ। ਦੂਸਰਾ ਸਵਈਆ ਭਾਈ ਸਾਹਿਬ ਨੇ ਲਿਖਿਆ, ਮੇਰੇ ਵਰਗਾ ਅਨਾਥ ਕੋਈ ਨਹੀਂ। ਹਾਂਜੀ। ਤਾ ਸਮ ਨਾਥ ਨਾ ਔਰਦ ਤਾਰੀ। ਤੁਹਾਡੇ ਵਰਗਾ ਦਾਤਾ ਕੋਈ ਨਹੀਂ, ਮੇਰੇ ਵਰਗਾ ਭਿਖਾਰੀ ਕੋਈ ਨਹੀਂ, ਮੇਰੇ ਵਰਗਾ ਅਨਾਥ ਕੋਈ ਨਹੀਂ, ਤੁਹਾਡੇ ਵਰਗਾ ਨਾਥ ਕੋਈ ਨਹੀਂ। ਤੁਸੀਂ ਅਨਾਥਾਂ ਦੇ ਨਾਥ ਹੋ ਤੇ ਭਿਖਾਰੀਆਂ ਦੇ ਦਾਤੇ ਹੋ। ਸੱਚੇ ਪਾਤਸ਼ਾਹ ਮੈਂ ਬੜਾ ਗਰੀਬ ਭਿਖਾਰੀ ਹਾਂ, ਤੁਸੀਂ ਬਹੁਤ ਵੱਡੇ ਦਾਤਾਰ ਹੋ। ਦੀਨ ਗਿਆਨ ਕਹੀ ਨਹਿ ਮੋਸਰ। ਦੀਨ ਅਗਿਆਨ ਨਹੀਂ, ਮੇਰੇ ਵਰਗਾ ਦੀਨ ਗਰੀਬ ਕੋਈ ਨਹੀਂ, ਮੇਰੇ ਵਰਗਾ ਅਗਿਆਨੀ ਵੀ ਕੋਈ ਨਹੀਂ ਦੁਨੀਆ ਤੇ, ਸਭ ਤੋਂ ਮੂਰਖ ਮੈਂ ਹਾਂ। ਹਾਂਜੀ। ਤੋ ਸਰ ਦਿਆਲ ਨਾ ਆਨ ਵਿਚਾਰੀ। ਤੇ ਮਹਾਰਾਜ ਤੁਹਾਡੇ ਵਰਗਾ ਦਿਆਲ ਕੋਈ ਨਹੀਂ, ਮੇਰੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦੀਨ ਦਿਆਲ ਕੋਈ ਨਹੀਂ। ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ। ਸੱਚੇ ਪਾਤਸ਼ਾਹ ਜੀ ਮੇਰੇ ਵਰਗਾ ਅਗਿਆਨੀ ਕੋਈ ਨਹੀਂ, ਤੇ ਤੁਹਾਡੇ ਵਰਗਾ ਵਿਚਾਰਵਾਨ ਕੋਈ ਨਹੀਂ। ਨਾ ਤੋਸਮ ਵਿਚਾਰੀ, ਵਿਚਾਰ ਕਰਨ ਵਾਲੇ ਗਿਆਨਵਾਨ ਤੁਸੀਂ ਹੋ, ਅਗਿਆਨੀ ਮੈਂ ਹਾਂ, ਗਿਆਨੀ ਤੁਸੀਂ ਹੋ। ਸੱਚੇ ਪਾਤਸ਼ਾਹ ਮੌਸਮ ਪਾਪ ਵਿਕਾਰ ਨਹੀਂ ਜਗ। ਇਹ ਸੱਚੇ ਪਾਤਸ਼ਾਹ ਮੇਰੇ ਵਰਗਾ ਪਾਪੀ ਕੋਈ ਨਹੀਂ, ਮੇਰੇ ਵਰਗਾ ਵਿਕਾਰੀ ਕੋਈ ਨਹੀਂ ਸੰਸਾਰ ਵਿੱਚ। ਤੋ ਮਮ ਪਾਵਨ ਉਪਕਾਰੀ। ਤੇ ਮਹਾਰਾਜ ਤੁਸੀਂ ਤੁਹਾਡੇ ਵਰਗਾ ਪਵਿੱਤਰ ਕਰਨ ਵਾਲਾ ਕੋਈ ਨਹੀਂ। ਅਸੀਂ ਪਾਪੀ ਬੜੇ ਵੱਡੇ, ਤੁਸੀਂ ਬਖਸ਼ਣਹਾਰ ਬੜੇ ਵੱਡੇ। ਸੱਚੇ ਪਾਤਸ਼ਾਹ ਔਗਣ ਸਿੰਧ ਹਾਂ ਤੂੰ ਗੁਣ ਸਾਗਰ। ਮਹਾਰਾਜ ਮੈਂ ਔਗਣਾਂ ਦਾ ਸਮੁੰਦਰ ਹਾਂ, ਤੂੰ ਗੁਣਾਂ ਦਾ ਸਮੁੰਦਰ ਹੈ। ਮੇਰੇ 'ਚ ਔਗਣ ਭਰੇ ਹੋਏ ਨੇ, ਜਿੰਨਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੇ ਉਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਜਿੰਨਾ ਸਮੁੰਦਰ ਦਾ ਪਾਣੀ ਹੈ, ਐਨੇ ਮੇਰੇ ਔਗਣ ਹਨ। ਤੇ ਮਹਾਰਾਜ ਤੁਸੀਂ ਗੁਣਾਂ ਦੇ ਸਮੁੰਦਰ ਹੋ, ਮੈਂ ਔਗਣਾਂ ਦਾ ਸਮੁੰਦਰ ਹਾਂ। ਹਾਂਜੀ। ਜਾਤ ਯਦੋ ਪ੍ਰਭ ਓਟ ਤੁਮਾਰੀ। ਮਹਾਰਾਜ ਮੈਂ ਥੱਲੇ ਥੱਲੇ ਜਾ ਰਿਹਾ, ਪਾਪਾਂ ਦੇ ਸਮੁੰਦਰ 'ਚ ਹੋਰ ਡੁੱਬਦਾ ਜਾ ਰਿਹਾ, ਤੇ ਓਟ ਤੁਹਾਡੀ ਹੈ। ਤੁਸੀਂ ਬਾਂਹ ਫੜ ਕੇ ਕੱਢ ਸਕਦੇ ਹੋ ਸੰਸਾਰ ਸਾਗਰ ਵਿੱਚੋਂ। ਚੌਪਈ ਇਮ ਕਹਿ ਆਗੇ ਹੋਏ ਲਲਚਾਇਓ। ਏਦਾਂ ਹੋ ਕੇ ਭਾਈ ਸਾਹਿਬ ਕਹਿ ਕੇ ਅੱਗੇ ਵਧੇ ਸ੍ਰੀ ਅਕਾਲ ਤਖਤ ਸਾਹਿਬ ਤੇ। ਪਹੁੰਚਿਓ ਨਿਕਟ ਚਰਨ ਲਪਟਾਇਓ। ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਨੇੜੇ ਆ ਪਹੁੰਚੇ, ਤੇ ਮਹਾਰਾਜ ਦੇ ਚਰਨਾਂ ਨਾਲ ਲਿਪਟ ਗਏ। ਨਿਰਹੰਕਾਰ ਵਿਕਾਰ ਬਹੀਨਾ। ਭਾਈ ਸਾਹਿਬ ਦੇ ਮਨ 'ਚ ਕੋਈ ਵਿਕਾਰ ਨਹੀਂ ਰਹਿ ਗਿਆ, ਕੋਈ ਸੂਖਸ਼ਮ ਹੰਕਾਰ ਨਹੀਂ ਰਹਿ ਗਿਆ। ਮਨ ਨਿਰਮਲ ਹੋ ਗਿਆ, ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਗਿਆ ਹੈ। ਸ਼ੁੱਧ ਭਇਓ ਸ੍ਰੀ ਸਤਿਗੁਰ ਚੀਨਾ। ਤੇ ਮਹਾਰਾਜ ਜਾਣੀ ਜਾਣ ਗੁਰੂ ਹਰਗੋਬਿੰਦ ਸਾਹਿਬ ਜਾਣ ਗਏ ਵੀ ਭਾਈ ਸਾਹਿਬ ਦਾ ਮਨ ਹੁਣ ਪੂਰੀ ਤਰ੍ਹਾਂ ਨਿਰਮਲ ਹੈ। ਹੁਣ ਕੋਈ ਇਹਨਾਂ ਦੇ ਵਿੱਚ ਵਲ ਵਿੰਗ ਨਹੀਂ ਰਹਿ ਗਿਆ, ਕੋਈ ਹੰਕਾਰ ਨਹੀਂ ਰਹਿ ਗਿਆ। ਮੁਖ ਤੇ ਬਿਖਸ ਪਰੇ ਫੁਰਮਾਇਓ। ਮਹਾਰਾਜ ਹੱਸ ਪਏ, ਮੁਸਕਰਾ ਪਏ, ਖੁਸ਼ ਹੋਏ, ਪ੍ਰਸੰਨ ਹੋਏ। ਤੇ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਬੋਲੇ,
ਧਨ ਤੋਹੇ ਗੁਰ ਸਿਦਕ ਕਮਾਇਓ। ਧੰਨ ਧੰਨ ਭਾਈ ਗੁਰਦਾਸ ਸਾਹਿਬ ਜੀ, ਧੰਨ ਹੋ, ਧੰਨ ਹੋ ਗੁਰੂ ਕੇ ਪਿਆਰਿਓ, ਤੁਸੀਂ ਗੁਰੂ ਦਾ ਸਿਦਕ ਕਮਾ ਲਿਆ, ਸਿੱਖੀ ਕਮਾ ਲਈ ਹੈ ਤੁਸੀਂ। ਹਾਂਜੀ, ਉਠੋ ਚਰਨ ਕੋ ਕੀਜਹਿ ਤਿਆਰੀ। ਉਠੋ ਭਾਈ ਸਾਹਿਬ ਜੀ, ਉਠੋ ਤੇ ਤੁਸੀਂ ਇਹ ਸਾਡੇ ਚਰਨ ਛੱਡੋ ਤੇ ਉਠੋ ਹੁਣ। ਤੂੰ ਮਮ ਪਿਆਰੋ ਅਤ ਅਨੁਰਾਗੀ। ਤੁਸੀਂ ਸਾਡੇ ਚਰਨ ਫੜੇ ਨੇ, ਚਰਨ ਛੱਡੋ। ਤੁਸੀਂ ਤੇ ਸਾਡੇ ਸਹਿਬ ਹੋ, ਸਾਡੇ ਪਿਆਰੇ ਹੋ, ਅਤੀ ਪਿਆਰੇ ਗੁਰਸਿੱਖ ਹੋ ਸਾਡੇ। ਕਹਿਓ ਸਿੱਖ ਹੋਏ ਸਿਦਕ ਨਾ ਹਾਰੇ। ਕਹਿਣ ਲੱਗੇ ਤੁਸੀਂ ਬਚਨ ਕਿਹਾ ਸੀ ਵੀ ਸਿੱਖ ਹੋ ਕੇ ਸਿਦਕ ਹਾਰਦਾ ਨਹੀਂ, ਸਿਦਕ ਨਿਭਾ ਦਿੰਦਾ। ਸਿੱਖ ਸਿਦਕ ਨਾ ਹਾਰੇ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਇਹ ਤੁਸੀਂ ਬਚਨ ਕਹੇ ਸੀ ਭਾਈ ਸਾਹਿਬ ਜੀ। ਹਾਂਜੀ, ਇਸ ਤੁਕ ਪਰ ਭਾ ਲਿਹੋ ਵਿਚਾਰੇ। ਇਹ ਸਾਰਾ ਕੌਤਕ ਇਸੇ ਤੁਕ ਤੇ ਹੀ ਹੋਇਆ। ਤੁਸੀਂ ਜਿਹੜੀ ਪੰਕਤੀ ਕਹੀ ਸੀ ਨਾ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਤੇ ਇਹ ਸਾਰੀ ਮਾਇਆ ਅਸੀਂ ਜਿਹੜੀ ਤੁਹਾਨੂੰ ਪਾਈ ਹੈ, ਇਹ ਜਿਹੜੀ ਖੇਡ ਰਚਾਈ ਹੈ, ਤੁਹਾਡਾ ਸਿਦਕ ਪਰਖਣ ਲਈ ਰਚਾਈ। ਹਾਂਜੀ, ਕਸੇ ਕਸੌਟੀ ਮੈਂ ਇਸ ਵਾਰੀ। ਅਸੀਂ ਤੁਹਾਨੂੰ ਇਸ ਵਾਰੀ ਕਸੌਟੀ ਤੇ ਕੱਸਿਆ ਹੈ। ਜਿਵੇਂ ਸੁਨਿਆਰਾ ਸੋਨੇ ਨੂੰ ਕਸਵੱਟੀ ਲਾ ਕੇ ਉਹਦੀ ਖੋਟ ਕੱਢ ਦਿੰਦਾ, ਮੈਲ ਕੱਢ ਦਿੰਦਾ, ਅਸੀਂ ਤੁਹਾਡੇ ਅੰਦਰੋਂ ਸੂਖਸ਼ਮ ਹਉਮੈ ਕੱਢ ਦਿੱਤੀ ਹੈ। ਸਿੱਖ ਨਾ ਆਨ ਸਮਾਨ ਤੁਮਾਰੀ। ਪਰ ਭਾਈ ਗੁਰਦਾਸ ਜੀ, ਤੁਹਾਡੇ ਵਰਗਾ ਸਿੱਖ ਹੋਰ ਕੋਈ ਨਹੀਂ। ਜਿਹੜੀ ਅਵਸਥਾ ਤੁਹਾਡੀ ਹੈ ਗੁਰਸਿੱਖੀ ਦੇ ਮੰਡਲ ਵਿੱਚ, ਹੋਰ ਕਿਸੇ ਦੀ ਬਣ ਨਹੀਂ ਸਕਦੀ। ਤੁਸੀਂ ਸਾਡੇ ਮਹਾਨ ਅਨੰਨ ਸੇਵਕ ਹੋ। ਇਮ ਕਹਿ ਬਿਕਸਤ ਗੁਰੂ ਕਿਰਪਾਲਾ। ਇੱਦਾਂ ਛੇਵੇਂ ਪਾਤਸ਼ਾਹ ਜੀ ਅਕਾਲ ਤਖਤ ਸਾਹਿਬ ਤੋਂ ਉੱਠੇ ਨੇ, ਬੜੇ ਖੁਸ਼ ਹੋਏ ਨੇ, ਪ੍ਰਸੰਨ ਹੋਏ ਨੇ। ਨਿਜ ਕਰ ਤੇ ਖੋਲੇ ਤਿਸ ਕਾਲਾ। ਆਪ ਆਪਣੇ ਹੱਥਾਂ ਨਾਲ ਭਾਈ ਸਾਹਿਬ ਗੁਰਦਾਸ ਜੀ ਦੀਆਂ ਬੰਨੀਆਂ ਹੋਈਆਂ ਬਾਹਾਂ ਖੋਲੀਆਂ ਹਨ। ਜਿਹੜੀਆਂ ਮੁਸ਼ਕਾਂ ਬੰਨ੍ਹ ਕੇ ਭਾਈ ਸਾਹਿਬ ਆਏ ਸੀ, ਉਹ ਸਤਿਗੁਰਾਂ ਨੇ ਆਪਣੇ ਹੱਥੀਂ ਖੋਲ ਦਿੱਤੀਆਂ ਹਨ। ਮੁਸ਼ਕਾਂ ਛੋਰੀ ਨਿਕਟ ਬਿਠਾਇਓ। ਮੁਸ਼ਕਾਂ ਖੋਲੀਆਂ ਤੇ ਭਾਈ ਸਾਹਿਬ ਨੂੰ ਬਾਂਹ ਤੋਂ ਫੜ ਕੇ ਆਪਣੇ ਕੋਲ ਬਿਠਾ ਲਿਆ ਸ੍ਰੀ ਅਕਾਲ ਤਖਤ ਸਾਹਿਬ ਤੇ। ਸਰਬ ਸਭਾ ਗੁਰ ਚਰਿਤ ਲਿਖਾਇਓ। ਸਾਰੀ ਸੰਗਤ, ਹਜ਼ਾਰਾਂ ਸੰਗਤਾਂ ਵੇਖ ਰਹੀਆਂ ਸਨ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨ ਸਜਦਾ, ਜਿੱਥੇ ਪੂਰਾ ਸੰਗਤਾਂ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਸੰਗਤਾਂ ਇਹ ਕੌਤਕ ਦੇਖ ਕੇ ਵਿਸਮਾਦ ਵਿੱਚ ਆ ਗਈਆਂ। ਧੰਨ ਗੁਰੂ ਪਿਆਰੇ, ਧੰਨ ਮੇਰੇ ਛੇਵੇਂ ਪਾਤਸ਼ਾਹ ਮਹਾਰਾਜ ਜੀ, ਤੇ ਧੰਨ ਭਾਈ ਗੁਰਦਾਸ ਸਾਹਿਬ ਜੀ। ਹਾਂਜੀ, ਧੰਨ ਗੁਰੂ ਗੁਰ ਕੇ ਸਿੱਖ ਧੰਨ। ਧੰਨ ਸਤਿਗੁਰੂ ਹਨ ਤੇ ਗੁਰੂ ਦੇ ਸਿੱਖ ਵੀ ਧੰਨ ਹਨ। ਧੰਨ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੇ ਧੰਨ ਗੁਰੂ ਦੇ ਪਿਆਰੇ ਸਿੱਖ। ਅਗਮ ਗਤੀ ਕੋ ਲਖੈ ਨਾ ਅੰਨ। ਇਹ ਗੁਰੂ ਕੇ ਸਿੱਖਾਂ ਦੀ ਤੇ ਗੁਰੂ ਦੀ ਅਗੰਮ ਗਤੀ ਹੈ। ਕੋਈ ਹਰ ਇੱਕ ਬੰਦਾ ਥੋੜਾ ਪਹੁੰਚ ਸਕਦਾ ਉੱਥੇ, ਕੋਈ ਹਰ ਬੰਦਾ ਥੋੜਾ ਜਾਣ ਸਕਦਾ। ਦੁਨਿਆਵੀ ਲੋਕਾਂ ਨੂੰ, ਸੰਸਾਰੀ ਜੀਵਾਂ ਨੂੰ ਉਹਨਾਂ ਗੱਲਾਂ ਦੀ ਸਮਝ ਨਹੀਂ ਆ ਸਕਦੀ। ਉਸ ਚੋਜੀ ਦੇ ਚੋਜਾਂ ਦਾ ਭੇਦ ਕੋਈ ਨਹੀਂ ਜਾਣ ਸਕਦਾ। ਗੁਰਸਿੱਖੀ ਬਰੀਕ ਹੈ ਸਾਧ ਸੰਗਤ ਜੀ, ਇਹਦੇ ਵਿੱਚ ਬੜੀ ਸੂਖਸ਼ਮ ਗੱਲਾਂ ਨੇ। ਆਪਾਂ ਕੁਆ ਤਾਂ ਸਾਰੇ ਹੀ ਸਿੱਖ ਲੈਂਦੇ ਹਾਂ, ਆਪਣੇ ਆਪ ਨੂੰ ਸਿੱਖ ਸਮਝਦੇ ਹਾਂ, ਪਰ ਸਿੱਖ ਬਣਨਾ ਬੜੀ ਦੂਰ ਦੀ ਗੱਲ ਹੈ, ਬੜੀ ਦੂਰ ਹੈ ਮੰਜ਼ਿਲ ਸਿੱਖੀ ਦੀ। ਹਾਂਜੀ, ਪਠੀ ਭੇਟ ਕਾ ਸ਼ੀਸ਼ ਵਿਸਾਲਾ। ਉਸ ਤੋਂ ਬਾਅਦ ਭਾਈ ਸਾਹਿਬ ਗੁਰਦਾਸ ਜੀ ਨੇ, ਜੋ ਕਾਸ਼ੀ ਦੇ ਰਾਜੇ ਨੇ ਭੇਟਾਵਾਂ ਭੇਜੀਆਂ ਸਨ ਗੁਰੂ ਸਾਹਿਬ ਦੇ ਚਰਨਾਂ 'ਚ, ਬੜੇ ਸੋਹਣੇ ਸੋਹਣੇ ਤੋਹਫੇ ਭੇਜੇ ਸਨ, ਚੰਗੇ ਸ਼ਸਤਰ ਤੇ ਚੰਗੇ ਘੋੜੇ ਭੇਜੇ ਸਨ। ਅਪਰ ਸਬਤ ਸੈ ਸਿੱਖ ਤਿਸ ਕਾਲਾ। ਉਹ ਕਾਸ਼ੀ ਦੇ ਰਾਜੇ ਦੀਆਂ ਭੇਟਾਵਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਭੇਟਾਂ ਕੀਤੀਆਂ। ਅਰਦਾਸ ਹੋਈ, 700 ਸਿੱਖ ਨਵੇਂ ਬਣੇ ਹੋਏ, ਜੋ ਕਾਸ਼ੀ ਤੋਂ ਭਾਈ ਸਾਹਿਬ ਦੇ ਪਿੱਛੇ ਪਿੱਛੇ ਨਾਲ ਹੀ ਆ ਗਏ ਸਨ। ਉਹਨਾਂ ਨੇ ਵੀ ਆਪਣੀ ਪ੍ਰੇਮ ਭੇਟਾ ਰੱਖ ਕੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ। ਅਰਪਣ ਕਰੀ ਗੁਰੂ ਕੇ ਆਗੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹ ਭੇਟਾਵਾਂ ਅਰਪਣ ਕੀਤੀਆਂ। ਵਿਖੇ ਸੁਸ਼ੀਲ ਸਕਲ ਅਨੁਰਾਗੇ। ਸਤਿਗੁਰੂ ਜੀ ਮਹਾਰਾਜ ਛੇਵੇਂ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੌਤਕ ਵੇਖ ਕੇ
ਸਾਰੀਆਂ ਸੰਗਤਾਂ ਹੀ ਵਿਰਾਗ ਵਿੱਚ ਤੇ ਪ੍ਰੇਮ ਵਿੱਚ ਆ ਗਈਆਂ। ਸਾਰਿਆਂ ਦੇ ਮਨ ਵਿੱਚ ਰਸ ਛਾ ਗਿਆ ਗੁਰੂ ਦੇ ਪਿਆਰ ਦਾ। ਹਾਂਜੀ। ਸ੍ਰੀ ਹਰਿ ਗੋਬਿੰਦ ਹੇਰ ਅਲਾਇਓ। ਗੁਰੂ ਹਰਗੋਬਿੰਦ ਸਾਹਿਬ ਇਹ ਕੌਤਕ ਵੇਖ ਕੇ ਪ੍ਰਸੰਨ ਬੜੇ ਹੋਏ ਤੇ ਇਸ ਤਰ੍ਹਾਂ ਭਰੇ ਦੀਵਾਨ ਵਿੱਚ ਬਚਨ ਕੀਤਾ। ਏਕ ਲਗਿਓ ਸੋ ਸਾਤ ਸਹਿ ਲਿਆਇਓ। ਮਹਾਰਾਜ ਕਹਿੰਦੇ ਦੇਖੋ ਕੱਲਾ ਗਿਆ ਸੀ ਭਾਈ ਗੁਰਦਾਸ ਤੇ 700 ਹੋਰ ਲੈ ਆਇਆ। ਏਕ ਲਗਿਓ ਸਾਤ ਸਹਿ ਲਿਆਇਓ। ਕੱਲਾ ਗਿਆ ਸੀ ਕਾਸ਼ੀ ਤੇ 700 ਸਿੱਖ ਹੋਰ ਬਣਾ ਲਿਆ। ਹਾਂਜੀ। ਧੰਨ ਪੁੰਨ ਹੈ ਗੁਰ ਸਿੱਖ ਉਪਕਾਰੀ। ਧੰਨ ਭਾਈ ਗੁਰਦਾਸ ਜੀ, ਤੁਸੀਂ ਧੰਨੋ ਪਰਉਪਕਾਰੀ ਸਿੱਖ ਹੋ। ਜਹ ਜੈ ਹੈ ਤਹ ਕਰ ਹੈ ਉਧਾਰੀ। ਜਿਹੜੇ ਗੁਰੂ ਕੇ ਸਿੱਖ ਪਰਉਪਕਾਰੀ ਹੁੰਦੇ ਨੇ, ਜਿੱਥੇ ਵੀ ਜਾਂਦੇ ਨੇ ਭਲਾ ਹੀ ਕਰਦੇ ਨੇ। ਸਾਧ ਸੰਗਤ ਜੀ, ਗੁਰੂ ਦੀ ਸਿੱਖਿਆ ਹੀ ਇਹ ਹੈ ਸਾਨੂੰ, ਜਿੱਥੇ ਜਾਏ ਬਈਐ ਭਲਾ ਕਹੀਐ। ਜਿੱਥੇ ਵੀ ਜਾਣਾ ਬਚਨ ਭਲਾ ਹੀ ਕਹਿਣਾ, ਮਾੜਾ ਬਚਨ ਨਹੀਂ ਕਿਸੇ ਨੂੰ ਕਹਿਣਾ, ਮਾੜੀ ਸਲਾਹ ਨਹੀਂ ਕਿਸੇ ਨੂੰ ਦੇਣੀ, ਪੁੱਠੇ ਰਾਹ ਨਹੀਂ ਪਾਉਣਾ। ਗੁਰਸਿੱਖੀ ਦਾ ਮਾਰਗ ਜੋ ਹੈ, ਜੋ ਗੁਰਸਿੱਖੀ ਦੀ ਰਹਿਤ ਹੈ ਉਹ ਦੱਸਣੀ ਹੈ। ਜਿਹੜੀ ਕੋਈ ਗੁਰੂ ਦੇ ਪਿਆਰ ਦੀ ਗੱਲ ਹੈ ਉਹ ਦੱਸਣੀ ਹੈ। ਤੇ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਕੁਰਾਏ ਪੈ ਜਾ, ਜੰਗਲ 'ਚ ਪੈ ਜਾ, ਬਲਕਿ ਸਿੱਧਾ ਰਾਹ ਦੱਸਣਾ। ਇਹ ਗੁਰੂ ਸਾਹਿਬ ਦਾ ਹੁਕਮ ਹੈ। ਜਿੱਥੇ ਜਾਏ ਬਈਐ ਭਲਾ ਕਹੀਐ, ਝੋਲ ਅੰਮ੍ਰਿਤ ਬੀਜੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ। ਇਹ ਭਾਈ ਸਾਹਿਬ ਗੁਰਦਾਸ ਜੀ ਇਹਨਾਂ ਬਚਨਾਂ ਤੇ ਪੂਰੇ ਉਤਰੇ ਹਨ। ਜਿੱਥੇ ਵੀ ਗਏ ਹਨ ਸਿੱਖੀ ਦਾ ਹੀ ਪ੍ਰਚਾਰ ਕੀਤਾ ਹੈ। ਪਰ ਦੁੱਖ ਦੇਖ ਨਾ ਸਕੈ ਕਿਰਪਾਲੂ। ਗੁਰਸਿੱਖ ਕਿਰਪਾਲੂ ਹੁੰਦੇ ਹਨ, ਦਇਆਲੂ ਹੁੰਦੇ ਹਨ। ਕਿਸੇ ਦਾ ਦੁੱਖ ਵੇਖ ਕੇ ਜਰ ਨਹੀਂ ਸਕਦੇ। ਕੋਈ ਦੁਖੀ ਹੋਵੇ ਨਾ, ਉਹਦੇ ਉੱਤੇ ਝਟਪਟ ਤਰਸ ਕਰਦੇ ਆ, ਉਹਦਾ ਭਲਾ ਕਰਦੇ ਜਿਵੇਂ ਹੁੰਦਾ ਹੋਵੇ। ਜੇ ਉਹਨੂੰ ਸ਼ੁਭ ਕਰਮਾਂ 'ਚ ਲਾ ਕੇ ਉਹਦਾ ਭਲਾ ਹੁੰਦਾ ਹੋਵੇ, ਉਹਨੂੰ ਸ਼ੁਭ ਕਰਮਾਂ 'ਚ ਲਾ ਲੈਂਦੇ ਆ। ਜੇ ਭਗਤੀ 'ਚ ਲਾ ਕੇ ਉਹਦਾ ਭਲਾ ਹੁੰਦਾ ਹੋਵੇ, ਉਹਨੂੰ ਭਗਤੀ 'ਚ ਲਾ ਲੈਂਦੇ ਆ। ਜੇ ਬ੍ਰਹਮ ਗਿਆਨ ਦੇ ਕੇ ਉਹਦਾ ਭਲਾ ਹੁੰਦਾ ਹੋਵੇ, ਉਹਨੂੰ ਬ੍ਰਹਮ ਗਿਆਨ ਦੇ ਕੇ ਉਹਦਾ ਭਲਾ ਕਰ ਦਿੰਦੇ, ਜਿੱਦਾਂ ਦੀ ਅਵਸਥਾ ਹੋਵੇ। ਕਿਉਂਕਿ ਇਸ ਸੰਸਾਰ ਦੇ ਵਿੱਚ 3 ਕਿਸਮ ਦੇ ਲੋਕ ਅਧਿਕਾਰੀ ਹੁੰਦੇ ਆ। ਇੱਕ ਜਿਹੜੇ ਕਰਮ ਦੇ ਅਧਿਕਾਰੀ, ਉਹਨਾਂ ਨੂੰ ਸ਼ੁਭ ਕਰਮਾਂ 'ਚ ਲਾਉਣਾ। ਭਾਈ ਤੂੰ ਨਿਤਨੇਮ ਕਰਿਆ ਕਰ, ਤੂੰ ਸੇਵਾ ਕਰਿਆ ਕਰ, ਗੁਰੂ ਘਰ ਦੇ ਭਾਂਡੇ ਮਾਂਜਿਆ ਕਰ, ਲੰਗਰ ਦੀ ਸੇਵਾ ਕਰਿਆ ਕਰ। ਇਹ ਪਹਿਲਾ ਸਟੈਪ ਹੈ। ਜਿਹੜਾ ਬਿਲਕੁਲ ਹੀ ਨਵਾਂ ਬੰਦਾ ਵਿਸ਼ੇ ਵਿਕਾਰਾਂ 'ਚ ਫਸਿਆ, ਬੁਰੇ ਪਾਸੇ ਲੱਗਾ ਹੋਇਆ, ਉਹਨੂੰ ਕਰਮਕਾਂਡ ਦੱਸਣਾ। ਕਰਮਕਾਂਡ ਇਹ ਹੈ, ਅੰਮ੍ਰਿਤ ਵੇਲੇ ਉੱਠੇ, ਗੁਰੂ ਘਰ ਆਵੇ, ਜੋੜੇ ਝਾੜੇ, ਭਾਂਡੇ ਮਾਂਜੇ, ਗੁਰਬਾਣੀ ਸੁਣੇ, ਸੇਵਾ ਕਰੇ। ਇਹ ਪਹਿਲਾ ਸਟੈਪ ਹੈ। ਦੂਸਰਾ, ਜਦੋਂ ਉਹਦਾ ਮਨ ਜੁੜ ਜਾਵੇ, ਫਿਰ ਉਹਨੂੰ ਪਰਮੇਸ਼ਰ ਦੀ ਭਗਤੀ ਦਾ ਉਪਦੇਸ਼ ਦੇਵੇ। ਫਿਰ ਜਦੋਂ ਭਗਤੀ 'ਚ ਪੂਰਨ ਹੋ ਜਾਵੇ ਤੇ ਫਿਰ ਉਹਦਾ ਜਿਹੜਾ ਪੜਦਾ ਹੈ ਆਪ ਬ੍ਰਹਮ ਗਿਆਨ ਦੇ ਦੁਆਰਾ, ਉਹ ਚੱਕ ਕੇ ਉਹਨੂੰ ਪਰਮ ਰੂਪ ਕਰ ਦੇਵੇ। ਤੇ ਗੁਰੂ ਕੇ ਸਿੱਖਾਂ 'ਚ ਸ਼ਕਤੀ ਹੈ। ਜੈਸੀ ਜੈਸੀ ਅਵਸਥਾ ਹੈ ਨਾ ਜਗਿਆਸੂ ਦੀ, ਭਾਈ ਸਾਹਿਬ ਭਾਈ ਗੁਰਦਾਸ ਜੀ ਵੈਸਾ ਹੀ ਉਪਦੇਸ਼ ਦੇ ਦਿੰਦੇ ਸਨ। ਜੇ ਕੋਈ ਕਰਮ ਦਾ ਅਧਿਕਾਰੀ ਹੈ, ਉਹਨੂੰ ਕਰਮ ਵਿੱਚ ਲਾ ਦੇਣਾ। ਜਿਹੜਾ ਉਪਾਸ਼ਨਾ ਦਾ ਅਧਿਕਾਰੀ ਹੈ, ਉਹਨੂੰ ਉਪਾਸ਼ਨਾ 'ਚ ਲਾ ਦੇਣਾ। ਜਿਹੜਾ ਬ੍ਰਹਮ ਗਿਆਨ ਦਾ ਅਧਿਕਾਰੀ ਹੈ, ਉਹਨੂੰ ਬ੍ਰਹਮ ਗਿਆਨ ਦੇ ਕੇ ਮੁਕਤ ਕਰ ਦੇਣਾ। ਹਾਂਜੀ। ਦੇਤੇ ਗੁਰਮਤਿ ਆਨੰਦ ਬਿਸਾਲੂ। ਗੁਰੂ ਦੀ ਮੱਤ ਦੇ ਕੇ, ਗੁਰੂ ਕੀ ਬਾਣੀ ਦੁਆਰਾ ਉਪਦੇਸ਼ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਸਿੱਖ ਸਰਬੱਤ ਦਾ ਭਲਾ ਕਰਦੇ ਹਨ। ਤਬ ਭਾਈ ਤੁਕ ਫੇਰ ਬਣਾਈ। ਫਿਰ ਭਾਈ ਗੁਰਦਾਸ ਜੀ ਵੀ ਪ੍ਰੇਮ 'ਚ ਆ ਗਏ ਤੇ ਭਾਈ ਸਾਹਿਬ ਨੇ ਉਸ ਤੋਂ ਅਗਲੀ ਪੌੜੀ ਰਚੀ। ਫਿਰ ਇੱਕ ਤਾਂ ਇਹ ਰਚੀ ਨਾ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਤੇ ਉਸ ਤੋਂ ਅਗਲੀਆਂ 2 ਪੌੜੀਆਂ ਨਾਲ ਹੋਰ ਨੇ। ਪਹਿਲੀ ਪੌੜੀ ਦੀ ਅਖੀਰਲੀ ਪੰਕਤੀ ਹੈ, ਸਾਗੇ ਅੰਦਰ ਸਾਬਤੇ ਸੇ ਵਿਰਲੇ ਬੰਦੇ। ਉਸ ਤੋਂ ਅਗਲੀ ਪੌੜੀ ਹੈ ਜਿਹਦੇ 'ਚ ਭਾਈ ਸਾਹਿਬ ਬੜੀਆਂ ਮਿਸਾਲਾਂ ਦੇ ਕੇ ਸਮਝਾਇਆ ਹੈ। ਅਪਰ ਰੀਤ ਤੇ ਉਚਰ ਸੁਨਾਈ। ਗੁਰੂ ਕੇ ਸਿਦਕ ਬਾਰੇ ਹੋਰ ਤਰੀਕੇ ਨਾਲ, ਕਿਉਂਕਿ ਵੱਖਰੇ ਵੱਖਰੇ ਵਿਊ ਹਨ, ਸਾਧ ਸੰਗਤ ਦੀ ਤਰੀਕੇ ਹਨ, ਉਹਨਾਂ ਵੱਖਰੇ ਵੱਖਰੇ ਐਂਗਲਾਂ ਤੋਂ ਗੱਲ ਕੀਤੀ ਜਾਂਦੀ ਹੈ। ਇਹ ਵੀ ਇੱਕ ਪੱਖ ਸੀ ਜਿਹੜਾ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਸੀ ਗੁਰਸਿੱਖੀ ਦਾ। ਪਰ ਉੱਥੇ ਪਹੁੰਚਣਾ ਵੀ ਸੌਖਾ ਕੰਮ ਨਹੀਂ।
ਉਸ ਤੋਂ ਅਗਲੀ ਮੰਜ਼ਿਲ ਕੀ ਹੈ ਉਹ ਵੀ ਭਾਈ ਸਾਹਿਬ ਦੱਸਦੇ ਹਨ ਅਗਲੀ ਪੌੜੀ ਵਿੱਚ। ਬਿਖਦੈ ਮਾਤ ਕੌਣ ਸਿਸ ਰੱਖੈ। ਇਹ ਇਸ ਤਰ੍ਹਾਂ ਹੈ, ਜੇ ਮਾਂ ਪੁੱਤੇ ਵਿਸ ਦੇ ਤਿਸ ਤੇ ਕੌਣ ਪਿਆਰਾ। ਭਾਈ ਗੁਰਦਾਸ ਜੀ ਕਹਿੰਦੇ ਜੇ ਮਾਂ ਪੁੱਤਰ ਨੂੰ ਜ਼ਹਿਰ ਦਿੰਦੀ ਹੈ ਫਿਰ ਉਸ ਪੁੱਤਰ ਨੂੰ ਕੌਣ ਬਚਾ ਸਕਦਾ। ਮਾਂ ਤੋਂ ਪਿਆਰਾ ਪੁੱਤਰ ਹੋਰ ਤਾਂ ਕਿਸੇ ਨੂੰ ਲੱਗਦਾ ਨਹੀਂ, ਮਾਂ ਨੂੰ ਪਿਆਰਾ ਲੱਗਦਾ ਸਭ ਤੋਂ ਜ਼ਿਆਦਾ। ਜੇ ਮਾਂ ਉਹਨੂੰ ਜ਼ਹਿਰ ਦੇਵੇ ਫਿਰ ਉਸ ਪੁੱਤਰ ਨੂੰ ਕੋਈ ਬਚਾ ਨਹੀਂ ਸਕਦਾ। ਹਾਂਜੀ, ਚੋਰ ਹੈ ਪਹਿਰੂ ਕੋ ਤਿਸ ਲਖੈ। ਹਾਂ, ਜੇ ਘਰ ਪੰਨੇ ਪਾਹਰੂ ਕੌਣ ਰੱਖਣ ਹਾਰਾ। ਅਗਲੀ ਪੰਕਤੀ ਹੈ, ਜੇ ਪਹਿਰੇਦਾਰੀ ਘਰ ਦੀ ਦੀਵਾਰ ਤੋੜੇ ਦਾ ਤਾਲਾ ਤੋੜੇ, ਘਰ 'ਚ ਚੋਰੀ ਕਰੇ, ਫਿਰ ਉਸ ਘਰ ਦੀ ਰਾਖੀ ਕੌਣ ਕਰੇ। ਜੇ ਪਹਿਰੇਦਾਰ ਹੀ ਘਰ ਦੇ ਵਿੱਚ ਚੋਰੀ ਕਰ ਲਵੇ ਫਿਰ ਉਸ ਘਰ ਨੂੰ ਕੋਈ ਬਚਾ ਨਹੀਂ ਸਕਦਾ। ਹਾਂਜੀ, ਬੋਰਤ ਕਰੀਆ ਕੋ ਤਬ ਤਾਰਾ। ਪੱਤਣ ਡੋਬੇ ਪਾਤਨੀ ਕੌਣ ਪਾਰ ਉਤਾਰੇ। ਪਾਤਨੀ ਕਹਿੰਦੇ ਨੇ, ਕਰੀਆ ਕਹਿੰਦੇ ਨੇ ਜਿਹੜਾ ਮਲਾਹ ਹੁੰਦਾ ਕਿਸ਼ਤੀ ਨੂੰ ਚਲਾਉਣ ਵਾਲਾ ਬੇੜੀ ਨੂੰ, ਜੇ ਉਹ ਹੀ ਬੇੜੀ ਡੋਬ ਦਵੇ ਫਿਰ ਬੇੜੀ ਨੂੰ ਕੋਈ ਤਾਰ ਨਹੀਂ ਸਕਦਾ, ਫਿਰ ਉਹ ਬੇੜੀ ਪਾਰ ਨਹੀਂ ਲੰਘ ਸਕਦੀ। ਜੇ ਉਹਨੂੰ ਚਲਾਉਣ ਵਾਲਾ ਬੇੜੀ ਦਾ ਮਲਾਹ ਉਹਦਾ ਖੇਵਟ ਉਹਨੂੰ ਡੋਬ ਰਿਹਾ ਹੈ ਫਿਰ ਉਹ ਡੁੱਬੇਗੀ, ਪਾਰ ਨਹੀਂ ਲੰਘੇਗੀ। ਹਾਂਜੀ, ਹਤ ਹੈ ਭੂਪ ਕਿਸ ਪਾਸ ਪੁਕਾਰਾ। ਜੇ ਰਾਜਾ ਹੀ ਕਿਸੇ ਨੂੰ ਮਾਰੇ, ਰਾਜਾ ਹੀ ਸਜ਼ਾ ਦੇਵੇ, ਕਿਸੇ ਨੂੰ ਮਾਰ ਹੀ ਦੇਵੇ, ਰਾਜਾ ਹੀ ਕਿਸੇ ਦਾ ਕਤਲ ਕਰਵਾ ਦੇਵੇ ਤੇ ਉਹ ਵਿਚਾਰਾ ਬੰਦਾ ਕਿਹਦੇ ਕੋਲ ਜਾ ਕੇ ਪੁਕਾਰ ਕਰੇਗਾ ਵੀ ਮੈਨੂੰ ਬਚਾਓ। ਸਰਕਾਰ ਦੀ ਡਿਊਟੀ ਤੇ ਪਬਲਿਕ ਦੀ ਸੇਫਟੀ ਹੈ ਨਾ, ਵੀ ਲੋਕਾਂ ਨੂੰ ਬਚਾਉਣਾ ਹੈ। ਆਪਣੀ ਜਿਹੜੀ ਜਨਤਾ ਹੈ ਰਾਜੇ ਦੀ, ਉਹ ਧੀਆਂ ਪੁੱਤ ਹੁੰਦੇ, ਰਾਜਾ ਬਾਪ ਹੁੰਦਾ, ਪ੍ਰਜਾ ਦਾ ਪਿਓ ਹੁੰਦਾ ਰਾਜਾ। ਪਰ ਜੇ ਪਿਓ ਹੋ ਕੇ ਲੋਕਾਂ ਦੀ ਸੇਫਟੀ ਨਾ ਕਰੇ ਤਾਂ ਪਿਓ ਕਾਹਦਾ ਹੋਇਆ। ਰਾਜੇ ਨੇ ਤੇ ਬਚਾਅ ਕਰਨਾ ਸੀ, ਜੇ ਰਾਜਾ ਮਾਰੇ ਤੇ ਫਿਰ ਪ੍ਰਜਾ ਬਚ ਨਹੀਂ ਸਕਦੀ। ਹਾਂਜੀ, ਜੇ ਗੁਰ ਸੰਗ ਕਛੂ ਵਰਤਾਰਾ। ਅਖੀਰ 'ਚ ਭਾਈ ਸਾਹਿਬ ਕਹਿੰਦੇ ਜੇ ਗੁਰ ਭਰਮਾਏ ਸੰਗ ਕਰ ਕਿਆ ਸਿੱਖ ਵਿਚਾਰਾ। ਜੇ ਗੁਰੂ ਹੀ ਸੰਗ ਕਰਕੇ ਕੋਈ ਸਿੱਖ ਨੂੰ ਭੁਲੇਖਾ ਪਾਉਣਾ ਚਾਹੇ ਤੇ ਵਿਚਾਰਾ ਸਿੱਖ ਕੀ ਕਰ ਸਕਦਾ। ਫਿਰ ਸਿੱਖ ਦੀ ਕਿਆ ਮਜਾਲ ਹੈ। ਜੇ ਗੁਰੂ ਭਰਮਾ ਲਵੇ ਸੰਗ ਕਰਕੇ ਫਿਰ ਸਿੱਖ ਪੂਰਾ ਉਤਰੇ, ਫਿਰ ਕੋਈ ਗਰੰਟੀ ਨਹੀਂ। ਗੁਰੂ ਪਾਰ ਲੰਘਾ ਲਵੇ। ਇਸ ਕਰਕੇ ਅਖੀਰ 'ਚ ਭਾਈ ਸਾਹਿਬ ਤੱਤ ਕੱਢ ਦਿੱਤਾ, ਜੇ ਗੁਰ ਭਰਮਾਏ ਸੰਗ ਕਰ। ਜੇ ਗੁਰੂ ਕੋਈ ਸੰਗ ਰਚਾ ਕੇ ਭਰਮਾਣਾ ਹੀ ਚਾਵੇ ਫਿਰ ਸਿੱਖ ਵਿਚਾਰਾ ਭਰਮੇਗਾ ਹੀ, ਹੋਰ ਕੀ ਕਰੇਗਾ। ਹਾਂਜੀ, ਸਿੱਖ ਆਗੇ ਤਬ ਕਹਾਂ ਵਿਚਾਰਾ। ਭਾਈ ਸਾਹਿਬ ਨਿਮਰਤਾ 'ਚ ਆ ਗਏ ਨੇ ਪੂਰੀ ਤਰ੍ਹਾਂ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਸੀਂ ਆਪਣੀ ਮਾਇਆ ਪਾ ਕੇ ਭਰਮਾਉਂਦੇ ਹੋ ਨਾ, ਫਿਰ ਮੇਰੇ ਵਰਗੇ ਸਿੱਖਾਂ ਦੀ ਕੋਈ ਪਾਇਆ ਨਹੀਂ ਕਿ ਅੱਗੇ ਠਹਿਰ ਜਾਵੇ। ਇਤਿਆਦਿਕ ਬਹੁ ਸਿਫਤ ਸੁਨਾਈ। ਇਸ ਤਰ੍ਹਾਂ ਫਿਰ ਭਾਈ ਸਾਹਿਬ ਗੁਰਦਾਸ ਜੀ ਨੇ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਤਿਗੁਰਾਂ ਦੀ ਸਿਫਤਾਂ ਕੀਤੀਆਂ ਹਨ। ਨਿਜ ਲਗਤਾ ਕਰ ਗੁਰੂ ਵਡਾਈ। ਆਪਣੇ ਆਪ ਨੂੰ ਨੀਵਿਆਂ ਤੋਂ ਨੀਵਾਂ ਤੇ ਗੁਰੂ ਨੂੰ ਵੱਡਿਆਂ ਤੋਂ ਵੱਡਾ ਵਰਣਨ ਕੀਤਾ ਹੈ। ਸੁਨ ਸਤਿਗੁਰ ਗਹਿ ਬਾਹ ਉਠਾਇਓ। ਫਿਰ ਮਹਾਰਾਜ ਛੇਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ ਤੇ ਭਾਈ ਸਾਹਿਬ ਦੀ ਬਾਹ ਫੜ ਲਈ, ਬਾਹ ਫੜ ਕੇ ਉਠਾ ਰਿਆ ਨਾਲ, ਆਪਣੇ ਅੰਗ ਸੰਗ ਤਬ ਲਾਇਓ। ਤੇ ਆਪਣੇ ਗਲ ਨਾਲ ਲਾ ਲਿਆ ਭਾਈ ਸਾਹਿਬ ਗੁਰਦਾਸ ਜੀ ਨੂੰ। ਸਭਨ ਬਿਖੈ ਬੜ ਮਾਨ ਵਧਾਇਓ। ਸ੍ਰੀ ਅਕਾਲ ਤਖਤ ਸਾਹਿਬ ਤੇ ਸਰੋਪਾ ਦੇ ਕੇ ਸਭ ਸੰਗਤ ਵਿੱਚ ਭਾਈ ਸਾਹਿਬ ਦਾ ਸਨਮਾਨ ਕੀਤਾ ਗਿਆ। ਧੰਨ ਧੰਨ ਨਿਜ ਮੁਖ ਫਰਮਾਇਓ। ਤੇ ਛੇਵੇਂ ਪਾਤਸ਼ਾਹ ਕਹਿੰਦੇ ਧੰਨ ਭਾਈ ਗੁਰਦਾਸ ਸਾਹਿਬ ਜੀ, ਧੰਨ ਹੋ ਧੰਨ ਹੋ ਧੰਨ ਹੋ। ਆਗੇ ਤੇ 10 ਗੁਣ ਬਹੁਮਾਨ। ਅੱਗੇ ਨਾਲੋਂ 10 ਗੁਣਾ ਜ਼ਿਆਦਾ ਸਨਮਾਨ ਹੋਇਆ ਭਾਈ ਸਾਹਿਬ ਜੀ ਦਾ। ਕਰਕੇ ਰਾਖਿਓ ਗੁਰ ਭਗਵਾਨ। ਮਹਾਰਾਜ ਨੇ ਭਾਈ ਸਾਹਿਬ ਨੂੰ ਬੜੇ ਸਨਮਾਨ ਨਾਲ ਗੁਰੂ ਘਰ 'ਚ ਉਸੇ ਤਰ੍ਹਾਂ ਹੀ ਜਿਵੇਂ ਤੀਸਰੇ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਛੇਵੇਂ ਪਾਤਸ਼ਾਹ ਦੇ ਸਮੇਂ ਤੱਕ ਭਾਈ ਗੁਰਦਾਸ ਜੀ ਰਹੇ। 4 ਪਾਤਸ਼ਾਹੀਆਂ ਦੀ ਸੇਵਾ ਭਾਈ ਸਾਹਿਬ ਨੇ ਕੀਤੀ ਹੈ। ਭਾਈ ਸਾਹਿਬ ਦਾ ਬਹੁਤ ਸਨਮਾਨ ਸੀ ਗੁਰੂ ਘਰ ਵਿੱਚ ਤੇ ਛੇਵੇਂ ਪਾਤਸ਼ਾਹ ਨੇ ਹੋਰ ਵਧਾਇਆ ਹੈ। ਸਭਨ ਬਿਖੈ ਭਾਈ ਜਸ ਭਇਓ। ਸਾਰੇ ਪਾਸੇ ਭਾਈ ਸਾਹਿਬ ਦਾ ਜਸ ਹੋਇਆ। ਭਾਈ ਗੁਰਦਾਸ ਜੀ ਧੰਨ ਹਨ।
ਜਿਹੜੇ ਗੁਰੂ ਦੇ ਪੱਕੇ ਸਿੱਧਕੀ ਸਿੱਖ ਹਨ। ਦੇਸ਼ ਵਿਦੇਸ਼ ਨ ਮਹਿ ਸੁਨ ਲਿਓ, ਔਰ ਇਹ ਬਚਨ ਦੇਸਾਂ ਵਿਦੇਸਾਂ ਵਿੱਚ ਪਹੁੰਚ ਗਿਆ। ਗੁਰ ਘਰ ਮਹਿ ਗੁਰਦਾਸ ਵਡੇਰਾ, ਗੁਰੂ ਘਰ 'ਚ ਭਾਈ ਗੁਰਦਾਸ ਜੀ ਵੱਡੇ ਮਹਾਂਪੁਰਸ਼ ਹਨ। ਗੁਰ ਸਿੱਖ ਮਾਨਤ ਭਏ ਕਨੇਰਾ, ਸਾਰੇ ਗੁਰਸਿੱਖ ਉਹਨਾਂ ਨੂੰ ਮੰਨਦੇ ਹਨ, ਉਹਨਾਂ ਦੀ ਬੜੀ ਮਹਿਮਾ ਹੈ। ਸੋ ਸਾਧ ਸੰਗਤ ਜੀ, ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਥਾ ਆਪਾਂ ਸਰਵਣ ਕੀਤੀ ਹੈ। ਹੁਣ ਬਾਬਾ ਸੂਰਜਮਲ ਜੀ ਦੇ ਵਿਆਹ ਦੀ ਕਥਾ ਹੋਣੀ ਹੈ। ਸਤਿਗੁਰਾਂ ਦੇ ਦੂਸਰੇ ਸਾਹਿਬਜ਼ਾਦੇ 6ਵੇਂ ਪਾਤਸ਼ਾਹ ਜੀ ਦੇ, ਉਹਨਾਂ ਦੇ ਵਿਆਹ ਦਾ ਪ੍ਰਸੰਗ ਸ਼ੁਰੂ ਹੋਵੇਗਾ। ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।